मैं अपने सोच दसिया साडी कम्युनिटी दे विच बड़े जाने पहचाने प्रोफेशनल जर्नलिस्ट जिहड़े ने जी सतपाल जौहर होरी मेरे नाल लाइन दे उत्ते ने और अज के प्रोग्राम च जिहड़ी इन्हां नाल मैं खास तौर दे उत्ते गलबात करन लगा हालांकि इन्हां वल्लों कुछ एक मैसेजेस और असीं पंजाब दी गूंज रेडियो प्रोग्राम दे विच भी तुहानूं तकरीबन पिछले कुछ दिनों तो दसदे आ रहे हैं कि साडे इत्थे सेंसस चल रही है जिहड़ी कि तुसीं इंटरनेट दे उत्ते ही कर सकदे हो और ਉਹਦੀ ਕਿੰਨੀ ਕੁ ਮਹੱਤਤਾ ਹੈ ਔਰ ਉਹਦੇ ਬਾਰੇ ਔਰ ਸਾਡੀ ਜਨਸੰਖਿਆ ਇੱਥੇ ਕਿੰਨੀ ਆ ਉਹਦੇ ਬਾਰੇ ਤਾਂ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਥੋੜਾ ਬਹੁਤਾ ਪਤਾ ਵੀ ਹੈ ਲੇਕਿਨ ਪੰਜਾਬੀਆਂ ਦੀ ਜਨਸੰਖਿਆ ਕਿੰਨਾ ਆ ਉਹ ਜਦੋਂ ਤੱਕ ਤੁਸੀਂ ਆਪਣੀ ਮਾਂ ਬੋਲੀ ਨਹੀਂ ਦੱਸੋਗੇ ਉਦੋਂ ਤੱਕ ਪਤਾ ਨਹੀਂ ਲੱਗਣਾ ਤੇ ਉਹਦੇ ਬਾਰੇ ਹੀ ਗੱਲਬਾਤ ਅਸੀਂ ਉਹਨਾਂ ਨਾਲ ਕਰਨ ਲੱਗੇ ਸਤਪਾਲ ਜੀ ਪੰਜਾਬ ਦੀ ਗੂੰਜ ਨਹੀਂ ਕੀਤੀ ਬਹੁਤ ਬਹੁਤ ਧੰਨਵਾਦ ਦੀਪਕ ਜੀ ਤੁਹਾਨੂੰ ਤੇ ਆਪਣੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਹੈ ਜੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ थोड़ा जिहा वक्त कढ़िया मेरे स्रोतियां लई और मेरा ख्याल है कि जो ना मैं ठीक होया तो पहली बारी आप गल कर लगे मेरा ख्याल ऑन एयर है जी हाँ जी क्योंकि भई तुसीं बहुत ही ज़्यादा जिहड़ा हर टाइम जीवन दा देखिया जी सो मैं समझदा जी कि तुसीं ऐन परले पार तो जाके मुड़े हो साडे वास्ते ते सारिਆਂ वास्ते बड़ी खुशी दी गल है सो मैं बड़ा खुश हाँ जी बड़ा गदगद है कि तुसीं वापस आए हो ते मैं तुहाडे नाल प्रोग्राम सांझ पा रहा जी ये अहमियत दस्सण दी लोड़ है कई लोग हाली भी कोरोना वायरस बारे ये सोचते कि नहीं कि ये एवं जिवें इंडिया दे विच कहा जाता कि एवं हल्ला गुल्ला ही है असल दे विच कितनी सीरीयस बीमारी है और हुण देखो कि इस वेले जिस पद्धर दे उत्ते लोग निकल के अपने वैक्सीन लगवा रहे ने ਉਹਦਾ ਜਿਉਂਦਾ ਜਾਗਦਾ सबूत है जी बिल्कुल जी तुसीं ठीक कह रहे हो देखो भी ਜਦੋਂ तक कई बारी ਹੁੰਦਾ ਨਾ ਆਪਣੇ ਪੰਜਾਬੀ ਚ ਕਹਿੰਦੇ ਵੀ ਕਿਸੇ ਦੇ ਘਰ ਲੱਗੀ ਹੋਈ ਬਸੰਤਰ ਹੈ ਵੀ ਆਪਣੇ ਘਰ ਹਜੇ ਨਹੀਂ ਲੱਗੀ ਤੇ ਚਲੋ ਆਪਾਂ ਨੂੰ ਕੀ ਲੱਗੇ ਇਸ ਕਰਕੇ ਪਹਿਲਾਂ ਦੇ ਮੁਕਾਬਲੇ ਆ ਸਾਲ ਸਵਾ ਸਾਲ ਚ ਤੇ ਲੋਕ ਹੁਣ ਬਹੁਤ ਕਮਿਊਨਿਟੀ ਅੱਗੇ ਨਾਲੋਂ ਅਵੇਅਰ ਹੋ ਗਈ ਆ ਸਾਰੇ ਕੁਝ ਨੂੰ ਕਾਫੀ ਸੀਰੀਅਸਲੀ ਲਿਆ ਜਾ ਰਿਹਾ ਹੈ ਔਰ ਘਰੋ ਘਰੀ ਬਹੁਤ ਡਾਇਰੈਕਟਲੀ ਇਨਡਾਇਰੈਕਟਲੀ ਲੋਕ ਇਹਦੇ ਨਾਲ ਪ੍ਰਭਾਵਿਤ ਵੀ ਹੋ ਚੁੱਕੇ ਆ ਆਪਾਂ ਦੇਖਿਆ 에ਅਰਪੋਰਟ ਤੇ ਸਾਡੇ ਟੈਕਸੀ ਚਾਲਕ ਲਿਮੋ ਚਾਲਕ ਕਿੰਨੀ ਵੱਡੀ ਤਾਦਾਦ ਦੇ ਵਿੱਚ ਉਹਨਾਂ ਦੀਆਂ ਡੈਥਸ ਵੀ ਹੋਈਆਂ ਸੋ ਕਾਫੀ ਸਾਰੀਆਂ ਇਹੋ ਜਿਹੀਆਂ ਸਿਚੁਏਸ਼ਨਸ ਬਣ ਜਾਣ ਤੋਂ ਬਾਅਦ ਹੁਣ ਲੱਗ ਰਿਹਾ ਜੀ ਕਿ ਕਮਿਊਨਿਟੀ ਕਾਫੀ ਇਸ ਨੂੰ ਸੀਰੀਅਸ ਵੀ ਲੈ ਰਹੀ ਹੈ ਤੇ ਇਹਦੇ ਨਾਲ ਹੀ ਵੈਕਸੀਨੇਸ਼ਨ ਕੈਂਪੇਨ ਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਹਿੱਸਾ ਪਾਇਆ ਜਾ ਰਿਹਾ ਜੀ ਹੁਣ ਤਿੰਨ ਪਰਿਵਾਰਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੂੰ ਪਿਛਲੇ 2 ਦਿਨਾਂ ਦੇ ਵਿਚਕਾਰ ਮੈਨੂੰ ਪਤਾ ਲੱਗਿਆ ਸੋ जिस पद्धर के उत्ते लोग इस वे लगा रहे हैं वो चंगी गल है और मेरा ख्याल है कि जे असीं सारे लगा लीए तो जल्दी तो जल्दी पैंडेमिक तो थोड़ा छुटकारा मिलेगा हाँ नहीं बिल्कुल क्योंकि देखो ये वैक्सीनेशन एक होप है ज्यों ज्यों असीं वैक्सीनेट होंदे जा रहे हैं तो जिहड़ी आपां कहने भी एंड ऑफ द टनल सानू लाइट नज़र आ रही है वो बिगर होंदी जा रही है सो बिगर पिक्चर है जिहड़ी भी आपां उन्नी छेती देख पावांगे जिन्नी छेती असीं कोशिश करके वैक्सीनेट हो जावांगे ये मई का महीना जून का महीना जंगी पद्धर ते कंपेन चलनी है काफ़ी ਵੱਡੀ ਤਾਦਾਦ ਦੇ ਵਿੱਚ ਵੈਕਸੀਨਸ ਆ ਜਿਹੜੀਆਂ ਕੈਨੇਡਾ ਨੂੰ ਮਿਲ ਗਈਆਂ ਇੱਥੇ ਪੀਲ ਤੱਕ ਬਰੈਂਪਟਨ ਮਿਸਿਸਾਗਾ ਕੈਲੇਡਨ ਟੋਰਾਂਟੋ ਸਾਰੇ ਪਾਸੇ ਹੋਣੇ ਆ ਜੀ ਭਈ 50% ਤੱਕ ਇਹ ਹੌਟ ਸਪੌਟ ਏਰੀਆਜ਼ ਹੋਣ ਕਰਕੇ ਸਪਲਾਈ ਵੀ ਵਧਾ ਦਿੱਤੀ ਗਈ ਹੈ ਸੋ ਸਾਰੇ ਹੀ ਹੌਟ ਸਪੌਟਸ ਦੇ ਵਿੱਚ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਆਪਣੀਆਂ ਅਪਾਇੰਟਮੈਂਟਸ ਬਣਾ ਕੇ ਧੜਾ ਤਾੜੇ ਦੇ ਵਿੱਚ ਕੁਲਦੀਪ ਜੀ ਸ਼ਾਮਲ ਹੋ ਰਿਹਾ ਵਿਚ ਇਜ਼ ਗੁੱਡ ਨਿਊਜ਼ ਔਰ ਮੈਂ ਅਸਲ ਦੇ ਵਿੱਚ ਸਾਡੇ ਸਰੋਤਿਆਂ ਨੂੰ ਅਸੀਂ ਤੇ ਕਾਫੀ ਦੇਰ ਤੋਂ ਇਹ ਪ੍ਰਚਾਰ ਕਰਦੇ ਆ ਰਹੇ ਹਾਂ ਤੁਸੀਂ ਵੀ ਇਹਦੇ ਬਾਰੇ ਦੱਸਦੇ ਰਹਿੰਦੇ ਹੋ So this is the good news. अच्छा मैं आज के प्रोग्राम जी गल करनी चाहना वो है जी सेंसस दे साढ़े घर एक मतलब पेपर आया है कई ने तो उन्होंने पढ़ लिया पर मैं असल दे विच पिछले 2-3 दिनों के कई दोस्तों नाल भी गल की मैं उन्होंने कहा मैं तुहानूं पता है 11 तरीक जी अखीरला दिन आए तुसीं भर लिया ਤੇ ਉਹ ਹੈਰਾਨ ਹੋਏ ਕਹਿੰਦੇ ਅੱਛਾ ਜੀ ਉਹ ਸੱਚ ਅਸੀਂ ਤਾਂ ਪੜਿਆ ਹੀ ਨਹੀਂ ਤਾਂ ਥੋੜੀ ਜਿਹੀ ਉਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਦੇਖ ਲਓ ਜਦੋਂ ਤੋਂ ਕੁਲਦੀਪ ਜੀ ਕੈਨੇਡਾ ਹੋਣ ਦੇ ਵਿੱਚ ਆਇਆ ਨਾ ਉਦੋਂ ਤੋਂ ਹੀ ਜਾਣੀ ਕਿ ਵੀ ਇੱਥੋਂ ਦੇ ਜਿਹੜੇ ਵੀ ਲੋਕ ਕਿੰਨੇ ਰਹਿੰਦੇ ਆ ਇਹ ਗਿਣਨ ਦਾ ਕੰਮ ਜਨਸੰਖਿਆ ਕਹਿ ਲਓ ਕਰਨ ਦਾ ਕੰਮ ਜਾਂ ਜਨਗਣਨਾ ਦਾ ਜਿਹਨੂੰ ਅਸੀਂ ਸੈਂਸਸ ਕਹਿ ਲਈਏ ਮਰਦਮਸ਼ੁਮਾਰੀ ਕਹਿ ਲਈਏ ਵੀ ਇਹ ਪ੍ਰੋਸੈਸ ਆ ਜਿਹੜਾ ਇਹ ਚੱਲਦਾ ਸੋ ਸ਼ੁਰੂ ਦੇ ਵਿੱਚ ਇੰਨੀ ਜ਼ਿਆਦਾ ਆਬਾਦੀ ਨਹੀਂ ਸੀਗੀ ਭਈ ਇਹ 10 ਸਾਲ ਦੇ ਬਾਅਦ ਕੀਤਾ ਜਾਂਦਾ ਸੀਗਾ ਫਿਰ ਹੌਲੀ ਹੌਲੀ ਕੋਸ਼ਿਸ਼ ਕੀਤੀ ਗਈ ਵੀ ਜਿਹੜੇ ਪ੍ਰੋਗਰਾਮਸ ਡਿਲੀਵਰ ਕਰਨੇ ਆ ਕਮਿਊਨਿਟੀਜ਼ ਨੂੰ ਭਈ ਉਹ ਕਿਉਂਕਿ ਮਲਟੀਕਲਚਰਲ ਹੁੰਦੇ ਜਾ ਰਹੇ ਆ ਵੀ ਉਹਦਾ ਜਲਦੀ ਜਿਹੜਾ ਕਮਿਊਨਿਟੀਜ਼ ਦੀ ਕਹਿ ਲਓ ਭਈ ਸਟਰਕਚਰ ਆ ਪਾਪੂਲੇਸ਼ਨ ਦਾ ਪਤਾ ਲੱਗ ਸਕੇ ਉਹ ਫਿਰ 5 ਸਾਲ ਬਾਅਦ ਕੀਤਾ ਗਿਆ ਜੀ ਹੁਣ ਇਸੇ ਕਰਕੇ ਆਪਾਂ ਦੇਖਦੇ ਹਾਂ ਕਿ ਹਰ 5 ਸਾਲ ਬਾਅਦ ਜਿਹੜੀ ਇਹ ਸੈਂਸਸ ਹੁੰਦੀ ਹੈ ਤੇ ਇਸ ਵਾਰ ਬੜੀ ਇਹ ਹਿਸਟੋਰਿਕ ਇਸ ਕਰਕੇ ਵੀ ਆ ਵੀ ਪਹਿਲੀ ਵਾਰੀ ਇਹ ਆਨਲਾਈਨ ਖੋਲੀ ਗਈ ਹੈ ਚਲੋ ਕੋਵਿਡ-19 ਦੇ ਥੈਂਕਸ ਕਹਿ ਲਓ ਜਾਂ ਫਿਰ ਅਦਰਵਾਈਜ਼ ਭਈ ਹੁਣ ਟੈਕਨੋਲੋਜੀ ਜਿਉਂ ਵੱਧ ਰਹੀ ਹੈ ਪਹਿਲਾਂ ਇਹ ਸਦਾ ਪੇਪਰਸ ਤੇ ਹੁੰਦੀ ਰਹੀ ਆ ਪਹਿਲਾਂ ਇਹ ਸਦਾ ਏਜੰਟਸ ਜਿਹੜੇ ਭਰਤੀ ਕਰਕੇ ਘਰੋਂ ਘਰ ਭੇਜੇ ਜਾਂਦੇ ਰਹੇ ਆ ਵੀ ਉਹ ਜਿੱਦਾਂ ਇੰਡੀਆ ਦੇ ਵਿੱਚ ਵੀ ਹੁੰਦਾ ਵੀ ਉਹ ਘਰੋਂ ਘਰ ਆ ਕੇ ਜਿਹੜਾ ਉਹ ਇਨਫੋਰਮੇਸ਼ਨ ਲੈ ਕੇ ਜਾਂਦੇ ਆ ਸੋ ਹੁਣ ਲੇਕਿਨ ਕਿ ਆਨਲਾਈਨ ਘਰੇ ਬੈਠੇ ਹੀ ਜਾਣੀ ਕਿ ਲੋਕਾਂ ਨੂੰ ਇਹ ਡਾਕ ਦੇ ਉਹਨਾਂ ਦੇ ਮੇਲ ਬਾਕਸਸ ਦੇ ਵਿੱਚ ਡਿਲੀਵਰ ਕਰ ਦਿੱਤਾ ਗਿਆ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਹ ਲੈਟਰ ਉਹਦੇ ਵਿੱਚ ਯੂਨੀਕ ਕੋਡ ਹੈ ਹਰ ਹਾਊਸ ਹੋਲਡ ਦਾ ਉਸ ਕੋਡ ਨੂੰ ਯੂਜ਼ ਕਰਕੇ ਸੈਂਸਸ ਕੈਨੇਡਾ ਦੀ ਵੈਬਸਾਈਟ ਤੇ ਲੋਕ ਜਿਹੜੇ ਅੱਜ ਵੀ ਵੱਡੀ ਤਾਦਾਦ ਦੇ ਵਿੱਚ ਇਸ
ਸੈਂਸਸ ਦੇ ਵਿੱਚ ਹਿੱਸਾ ਲੈ ਵੀ ਰਹੇ ਆ। ਬਾਕੀ ਜਿਸ ਤਰ੍ਹਾਂ ਤੁਸੀਂ ਦੱਸਿਆ ਜੀ ਵੀ ਕੱਲ ਨੂੰ ਆਖਰੀ ਤਰੀਕ ਹੈ ਤੇ ਇਸ ਮੌਕੇ ਤੇ ਇਹੀ ਆ ਵੀ ਇਹ ਮੈਂਡੇਟੋਰੀ ਆ ਬਾਈ ਲਾ, ਜਾਣੀ ਕਿ ਇਹ ਨਹੀਂਗਾ ਵੀ ਤੁਸੀਂ ਨਾ ਕੀਤਾ ਤੇ ਨਾ ਕੀਤਾ, ਜਿੱਦਾਂ ਕਿ ਵੀ ਵੋਟ ਪਾਉਣ ਚਲ ਗਏ ਜਾਂ ਨਾ ਚਲ ਗਏ ਕੋਈ ਫਰਕ ਨਹੀਂ ਪੈਂਦਾ। ਪਰ ਇਹ ਬਾਈ ਲਾ ਸਾਡੇ ਮੁਲਕ ਦੇ ਵਿੱਚ ਇੱਥੇ ਸਟੈਟਿਸਟਿਕਸ ਐਕਟ ਆ ਜਿਹਦੇ ਤਹਿਤ ਇਹ ਮੈਂਡੇਟੋਰੀ ਆ ਕਿ ਹਰ ਇੱਕ ਕੈਨੇਡੀਅਨ ਸਿਟੀਜ਼ਨ, ਹਰ ਇੱਕ ਕੈਨੇਡੀਅਨ PR, ਹਰ ਇੱਕ ਜਿਹੜਾ ਸਾਡੇ ਭਾਵੇਂ ਕਿ ਫੌਜ ਦੇ ਵਿੱਚ ਕੋਈ ਫੌਜੀ ਫੋਰਨ ਕੰਟਰੀਜ਼ ਦੇ ਵਿੱਚ ਹੀ ਔਨ ਡਿਊਟੀ ਕਿਉਂ ਨਹੀਂ ਹੈਗੇ, ਜਾਂ ਫੋਰਨ ਅਫੇਅਰਸ ਦੇ ਵੀ ਬਹੁਤ ਸਾਰੇ EMPLOYEES ਆ ਜਿਹੜੇ ਐਮਬੈਸੀਜ਼ ਦੇ ਵਿੱਚ ਫੋਰਨ ਕੰਟਰੀਜ਼ 'ਚ ਕੰਮ ਕਰਦੇ ਆ, ਉਹਨਾਂ ਵਾਸਤੇ ਵੀ ਮੈਂਡੇਟੋਰੀ ਹੈ। ਇਹਦੇ ਨਾਲ ਹੀ ਜਿਨ੍ਹਾਂ ਨੇ ਜੇ ਰਿਫਿਊਜੀ ਕਲੇਮ ਹੀ ਕੀਤਾ ਦੀਪਕ ਜੀ, ਭਾਵੇਂ ਉਹਨਾਂ ਨੂੰ ਰਿਫਿਊਜੀ ਕੇਸ ਮਤਲਬ ਡਿਸਾਈਡ ਨਹੀਂ ਵੀ ਹੋਇਆ ਤਦ ਕਰਕੇ ਉਹਨਾਂ ਲਈ ਵੀ ਮੈਂਡੇਟੋਰੀ ਆ, ਤੇ ਜਿਹੜੇ ਲੋਕ ਸਾਡੇ ਮੁਲਕ ਦੇ ਵਿੱਚ ਵਰਕ ਪਰਮਿਟ ਤੇ ਨੇ, ਸਟੱਡੀ ਪਰਮਿਟ ਤੇ ਲੋਕ ਨੇ, ਉਹਨਾਂ ਲਈ ਵੀ ਇਹ ਮੈਂਡੇਟੋਰੀ ਆ। ਤੇ ਇਹ ਵੀ ਦੱਸਦੀ ਹੈ ਜੀ ਵੀ ਇਹਦੀ ਇਹ ਨਹੀਂਗਾ ਵੀ ਮੈਂਡੇਟੋਰੀ ਜੇ ਵੀ ਨਾ ਭਰਿਆ ਤੇ ਫਿਰ ਕੁਝ ਹੋਣਾ ਨਹੀਂ ਹੈ। ਇਹਦੀ ਪ੍ਰੋਸੀਡਿੰਗਸ ਚੱਲਦੀਆਂ ਕੋਰਟ ਦੇ ਵਿੱਚ, ਉਹ ਲੋਕਾਂ ਨੂੰ ਲੈ ਕੇ ਜਾਂਦੇ ਨੇ ਜਿਹੜੇ ਨਹੀਂ ਭਰਦੇ, ਇਹ ਕਹ ਲਓ ਕਿ ਜਨਗਣਨਾ ਦੇ ਵਿੱਚ ਜਨਸੰਖਿਆ ਦੇ ਵਿੱਚ ਹਿੱਸਾ ਨਹੀਂ ਲੈਂਦੇ, ਉਹਨਾਂ ਨੂੰ ਫਿਰ $500 ਤੱਕ ਦਾ ਜੱਜ ਜਿਹੜੇ ਫਾਈਨ ਵੀ ਕਰ ਸਕਦੇ ਆ। ਪੰਜਾਬ ਦੀ ਗੂੰਜ ਰੇਡ ਫਾਰਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਸਤਪਾਲ ਜੌਹਰ ਹੋਰਾਂ ਨਾਲ। ਅੱਛਾ ਜੌਹਰ ਸਾਹਿਬ, ਥੋੜਾ ਜਿਹਾ ਇਹਦਾ ਜਿਹੜਾ ਪ੍ਰੋਸੀਜਰ ਆ, ਜਿਵੇਂ ਤੁਸੀਂ ਹੈ ਜੀ, ਇਹ ਕਈਆਂ ਨੂੰ ਪਤਾ ਨਹੀਂ ਹੋਣਾ, ਕੱਲ ਨੂੰ ਅਖੀਰਲੀ ਇਹਦੀ ਤਾਰੀਖ ਹੈ, ਤੁਹਾਡੇ ਘਰਾਂ ਦੇ ਵਿੱਚ ਇੱਕ ਚਿੱਠੀ ਆਈ ਹੋ ਹੈ, ਉਹਤੇ ਇੱਕ ਯੂਨੀਕ ਕੋਡ ਤੁਹਾਡੇ ਪਾਇਆ ਆ, ਤੁਸੀਂ ਸਿਰਫ ਇੰਟਰਨੈਟ ਤੇ ਜਾਣਾ, ਤੁਸੀਂ ਇਹ ਕਿਤੇ ਪੇਪਰ ਕਿਸੇ ਨੂੰ ਭੇਜਣਾ ਨਹੀਂ, ਕੁਛ ਨਹੀਂ ਕਰਨਾ। ਤੋ ਇਹਨੂੰ ਭਰਨ ਦੇ ਬਾਰੇ ਜਾਂ ਜਿਹੜਾ ਕੋਡ ਆ, ਇਹ ਤੋਂ ਪਹਿਲਾਂ ਉਹਦੇ ਬਾਰੇ ਸਮਝਾਓ ਥੋੜਾ ਜਿਹਾ, ਇਹ ਦੱਸਿਓ ਕਿ ਬਰੀਫਲੀ ਕਿ ਹੁਣ ਤੱਕ ਜਿਹੜੀਆਂ ਸੈਂਸਸ ਆਈਆਂ ਉਹਦੇ ਵਿੱਚ ਇਹਦੀ ਮਹੱਤਤਾ ਕਿੰਨੀ ਆ ਔਰ ਕਿੰਨੇ ਟੋਟਲ ਲੋਕ ਹੈਗੇ ਨੇ ਸਾਡੀ ਕਮਿਊਨਿਟੀ ਦੇ। ਦੇਖੋ ਜੀ, ਇਸ ਤਰ੍ਹਾਂ ਇਸ ਦੀ ਇੰਪੋਰਟੈਂਸ ਖਾਸ ਤੌਰ ਤੇ ਜਦੋਂ ਅਸੀਂ ਮਲਟੀ ਕਲਚਰਲ ਹੋਣੇ ਸ਼ੁਰੂ ਹੋਏ ਆ ਪਿਛਲੇ 30 ਸਾਲਾਂ ਤੋਂ, ਉਦੋਂ ਤੋਂ ਜਾਣੀ ਕਿ ਹੋਰ ਵੀ ਵੱਧ ਗਈ ਆ ਵੀ, ਕਿਉਂਕਿ ਵੱਖ-ਵੱਖ ਕਮਿਊਨਿਟੀਜ਼ ਜਿਹੜੀਆਂ ਸਾਰੇ 200 ਦੇ ਕਰੀਬ ਦੇਸ਼ਾਂ ਤੋਂ ਜਿਹੜੇ ਵੀ ਇਸ ਮੁਲਕ ਦੇ ਵਿੱਚ ਆ ਕੇ ਵਸਦੇ ਜਾ ਰਹੇ ਆ ਲਗਾਤਾਰਤਾ ਦੇ ਨਾਲ, ਨੈਚੁਰਲੀ ਫਿਰ ਜਿਹੜੀ ਆ ਜੀ ਵੀ ਹਰ ਕਮਿਊਨਿਟੀ ਆ ਆਪਣੀ ਉਹ ਵਿਰਾਸਤ, ਆਪਣੀ ਉਹ ਹਿਸਟਰੀ, ਆਪਣੇ ਰਿਲੀਜਨਸ ਨੂੰ, ਆਪਣੀ ਸੋਸ਼ਲ ਲਾਈਫ ਨੂੰ ਵੀ ਇਸ ਕੰਟਰੀ ਦੇ ਵਿੱਚ ਨਾਲ ਹੀ ਇੰਪੋਰਟ ਕਰਦੇ ਆ, ਜਿਹਦੇ ਕਰਕੇ ਜੀ ਆਪਣੀ ਜ਼ੁਬਾਨ ਵੀ ਨੈਚੁਰਲੀ ਨੋ ਡਾਊਟ, ਹਾਂ ਬਿਲਕੁਲ ਇਨਕਲੂਡਿੰਗ ਦੈਟ। ਤੇ ਵੀ ਜੇ ਹੁਣ ਫਰਜ਼ ਕਰੋ ਵੀ ਉਹਦੇ ਬਾਰੇ ਲੋਕਾਂ ਦੀ ਇੱਥੇ ਕਹ ਲਓ ਵੀ ਆਬਾਦੀ ਦੀ ਤਰਜ਼ ਜ਼ਿੰਦਗੀ ਬਾਰੇ ਸਰਕਾਰ ਨੂੰ, ਗਵਰਨਮੈਂਟ ਨੂੰ ਕੋਈ ਪਤਾ ਹੀ ਨਹੀਂ ਹੋਏਗਾ, ਤੇ ਫਿਰ ਜਿਹੜੇ ਇਹ ਸੋਸ਼ਲ ਪ੍ਰੋਗਰਾਮਸ ਹੈਗੇ ਆ ਸਪੈਸ਼ਲੀ ਵੀ ਉਹਨਾਂ ਨੂੰ ਡਿਜ਼ਾਈਨ ਕਰਨਾ ਜਿਹੜਾ ਉਹ ਕਮਿਊਨਿਟੀ ਦੀ ਇੱਛਾ ਦੇ ਮੁਤਾਬਕ, ਲੋੜਾਂ ਦੇ ਮੁਤਾਬਕ ਸੰਭਵ ਨਹੀਂ ਹੋਏਗਾ। ਜਿਸ ਕਰਕੇ ਵੀ ਜਿਸ ਤਰ੍ਹਾਂ ਤੁਸੀਂ ਲੈਂਗੁਏਜ ਦੀ ਬੜੀ ਇੰਪੋਰਟੈਂਟ ਇਹ ਗੱਲ ਦੱਸੀ ਆ, ਇਹ ਬਹੁਤ ਮਹੱਤਵਪੂਰਨ ਹੈ ਇਸ ਮੌਕੇ ਤੇ ਕਿ ਵੀ ਹਰ ਇੱਕ ਕਮਿਊਨਿਟੀ ਦੇ ਲੋਕ ਜਿਹੜੇ ਇੱਥੇ ਆ ਕੇ ਵਸੇ ਹੋਏ ਨੇ ਆਪੋ ਆਪਣੀ ਲੈਂਗੁਏਜ ਦੇ ਬਾਰੇ ਜ਼ਰੂਰ ਇਸ ਸੈਂਸਸ ਦੇ ਮੌਕੇ ਤੇ ਉਹਦੇ ਵਿੱਚ ਮੈਂਸ਼ਨ ਕਰਨ ਵੀ ਕਿਹੜੀ ਉਹਨਾਂ ਦੀ ਮਦਰ ਲੈਂਗੁਏਜ ਹੈਗੀ ਆ, ਸੋ ਮਾਂ ਬੋਲੀ ਉਹਨਾਂ ਦੀ ਕਿਹੜੀ ਆ ਨਾ, ਜਿੱਦਾਂ ਕਿ ਪੰਜਾਬੀਆਂ ਦੀ ਪੰਜਾਬੀ ਆ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਵੀ 2011 ਕਿਉਂਕਿ ਪੰਜਾਬੀਆਂ ਦਾ ਪਿਛਲੇ ਵੈਸੇ ਤੇ 70ਵਿਆਂ ਤੋਂ ਆ ਰਹੇ ਆ, ਤੁਸੀਂ ਤਾਂ ਬਹੁਤ ਪਹਿਲਾਂ ਦੇ ਜਿਸ ਤਰ੍ਹਾਂ ਕੁਲਦੀਪ ਜੀ ਆਏ ਹੋਏ ਹੋ, ਪਰ ਲੇਕਿਨ ਕਿ ਜ਼ਿਆਦਾ ਜਿਹੜਾ ਰਸ਼ ਆ ਜਾਣੀ ਕਿ ਇਹ 90s ਤੋਂ ਬਾਅਦ ਪੈਣਾ ਸ਼ੁਰੂ ਹੋਇਆ, ਫਿਰ ਖਾਸ ਤੌਰ ਤੇ ਸਨ 2000 ਤੋਂ ਬਾਅਦ ਤੇ ਇੱਕਦਮ ਜਿਹੜਾ ਜੀ ਪੀ ਉਹ ਸਕਿਲਡ ਵਰਕਰ ਕੈਟਾਗਰੀਜ਼ ਦੇ ਵਿੱਚ ਕਾਫੀ ਲੋਕ ਆਏ। ਪਰ ਪਿਛਲੇ 8-10 ਸਾਲ ਤੋਂ ਵੱਡੀ ਤਾਦਾਦ ਵਿੱਚ ਨੌਜਵਾਨ ਲੜਕੇ ਲੜਕੀਆਂ ਜਿਹੜੇ ਅੱਜ ਵੀ ਸਟੂਡੈਂਟ ਦੇ ਤੌਰ ਤੇ ਜਾਂ ਵਰਕ ਪਰਮਿਟ ਦੇ ਤੌਰ ਤੇ ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਲੋਕ ਆਏ ਨੇ। ਤੇ ਵੀ ਜੇ ਹੁਣ ਆਪਾਂ ਅੱਜ ਤੋਂ 10 ਸਾਲ ਪਹਿਲਾਂ ਦੇਖੀਏ ਤੇ ਸਮਝਿਆ ਜਾਂਦਾ ਸੀਗਾ ਵੀ 5.5 ਲੱਖ ਤੋਂ ਵੀ ਘੱਟ ਪੰਜਾਬੀਆਂ ਦੀ ਗਿਣਤੀ ਇਸ ਕੈਨੇਡਾ ਮੁਲਕ ਦੇ ਵਿੱਚ ਸੀਗੀ ਸਦਾ ਹੀ, ਲੇਕਿਨ ਕਿ ਬ੍ਰਿਟਿਸ਼ ਕੋਲੰਬੀਆ ਜਿਹੜਾ ਜੀ ਪੀ ਉਹਦੀ ਪਹਿਲਾਂ ਜਿਹੜੀ ਆ ਝੰਡੀ ਰਹੀ ਆ, ਕਹਿ ਲਓ ਵੀ ਪਹਿਲੇ ਸਮਿਆਂ ਦੇ ਵਿੱਚ ਵੀ ਪੰਜਾਬੀਆਂ ਦੀ ਗਿਣਤੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜ਼ਿਆਦਾ ਹੁੰਦੀ ਸੀਗੀ ਅੱਜ ਤੋਂ 10, 12, 15 ਸਾਲ ਤੱਕ ਪਹਿਲਾਂ ਵੀ, ਪਰ ਫਿਰ ਇਹ ਓਵਰਟੇਕ ਕਰ ਗਿਆ ਓਨਟਾਰੀਓ, ਮਤਲਬ ਕਿ 2016 ਦੀ ਜਿਹੜੀ ਆਈ ਸੀਗੀ ਨਾ ਜੀ ਪੀ ਰਿਪੋਰਟ, ਉਹਦੇ ਵਿੱਚ ਓਨਟਾਰੀਓ ਦਾ ਨੰਬਰ ਹੈ ਜਿਹੜਾ ਬ੍ਰਿਟਿਸ਼ ਕੋਲੰਬੀਆ ਤੋਂ ਅੱਪ ਚਲੇ ਗਿਆ ਸੀਗਾ। ਉਸ ਤੋਂ ਬਾਅਦ ਫਿਰ ਜਿਹੜਾ ਜੀ ਪੀ ਪੰਜਾਬੀਆਂ ਨੇ ਬ੍ਰਿਟਿਸ਼ ਕੋਲੰਬੀਆ ਓਨਟਾਰੀਓ ਤੋਂ ਬਾਅਦ ਟਾਰਗੇਟ ਕੀਤਾ ਅਲਬਰਟਾ ਨੂੰ, ਹਨਾ। ਅਲਬਰਟਾ ਦੇ ਵਿੱਚ ਵੀ ਕਾਫੀ ਵੱਡੀ ਪ੍ਰੈਜ਼ੈਂਸ ਜਿਹੜੀ ਰਹੀ ਹੈ, ਪਰ ਫਿਰ ਵੀ ਹਜੇ ਪਿਛਲੇ ਅੰਕੜਿਆਂ ਦੇ ਮੁਤਾਬਕ ਉੱਥੇ ਜਿਹੜੀ ਅੱਜ ਵੀ 1 ਲੱਖ ਤੋਂ ਥੱਲੇ ਹੀ ਸੀਗੀ ਪੰਜਾਬੀਆਂ ਦੀ ਗਿਣਤੀ। ਮੈਨੀਟੋਬਾ ਦੇ ਵਿੱਚ ਕਾਫੀ ਜਿਹੜਾ ਜੀ ਵੀ ਪੰਜਾਬੀਆਂ ਨੇ ਪਿਛਲੇ 5-7 ਸਾਲਾਂ ਦੇ ਦੌਰਾਨ ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਉੱਥੇ ਗਏ ਆ। ਸੋ ਲੱਗ ਰਿਹਾ ਕਿ ਇਸ ਵਾਰ 50,000 ਦੇ ਕਰੀਬ ਉੱਥੋਂ ਨੰਬਰਸ ਜ਼ਰੂਰ ਆ ਜਾਣਗੇ, ਜਿਹੜੇ ਕਿ ਪਿਛਲੇ ਜਨਸੰਖਿਆ ਦੇ ਵਿੱਚ ਵੀ 25,000 ਤੋਂ ਘੱਟ ਹੀ ਸੀਗੇ ਜੀ ਨੰਬਰਸ ਉਹਨਾਂ ਦੇ। ਇਸੇ ਤਰ੍ਹਾਂ ਕਿਊਬੈਕ ਦੇ ਵਿੱਚ ਥੋੜਾ ਡਿਫਿਕਲਟ ਹੈ ਲੈਂਗੁਏਜ ਹੋਣ ਕਰਕੇ, ਪਰ ਉੱਥੇ ਵੀ 20,000 ਦੇ ਕਰੀਬ ਜਿਹੜੇ ਉਹ ਪੰਜਾਬੀਆਂ ਦੇ ਹੋਣ ਦੀ ਸੰਭਾਵਨਾ ਜ਼ਰੂਰ ਬਣਦੀ ਆ। ਪਿਛਲੀ ਜਨਗਣਨਾ ਦੇ ਵਿੱਚ ਉਹ 17-18,000 ਦੇ ਕਰੀਬ ਜਿਹੜਾ ਉਹਨਾਂ ਦਾ ਨੰਬਰ ਉੱਥੇ ਸੀਗਾ। ਇਦਾਂ ਕਰਕੇ ਫਿਰ ਥੋੜੀ ਜਿਹੜੀ ਗਿਣਤੀ ਹੈ ਜੀ ਵੀ ਲਗਭਗ ਸਾਰੇ ਪਾਸੇ ਹੀ ਕੈਨੇਡਾ ਦੇ ਵਿੱਚ ਹੈਗੀ ਆ, ਪਰ ਪ੍ਰਮੁੱਖ ਤੌਰ ਤੇ 2-3 ਥਾਵਾਂ
ਥਾਵਾਂ ਨੇ, ਓਨਟਾਰੀਓ ਹੋਇਆ, ਬ੍ਰਿਟਿਸ਼ ਕੋਲੰਬੀਆ ਹੋਇਆ ਜਾਂ ਫਿਰ ਅਲਬਰਟਾ ਹੋਇਆ, ਉਸ ਤੋਂ ਬਾਅਦ ਹੁਣ ਮੈਨੀਟੋਬਾ ਕਾਫੀ ਡਿਵੈਲਪ ਹੋਇਆ। ਇਸੇ ਤਰ੍ਹਾਂ ਜੀ ਵੀ ਲੱਗ ਰਿਹਾ 2016 ਦੇ ਜਿਹੜੇ ਸਾਡੇ ਕੋਲ ਸੀਗੇ ਪੰਜਾਬੀਆਂ ਦੇ ਇੱਥੇ ਅੰਕੜੇ ਦੇਸ਼ ਦੇ ਵਿੱਚ ਵੀ ਇਹ 6,70,000 ਤੋਂ ਥੱਲੇ ਹੀ ਸੀਗੇ ਇਹਨਾਂ ਦੇ ਨੰਬਰਸ। ਪਰ ਇਸ ਵਾਰ ਹੁਣ ਲੱਗ ਰਿਹਾ, ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ, ਵੀ ਇਹ ਪੰਜਾਬੀਆਂ ਦੀ ਗਿਣਤੀ ਇਸ ਮੁਲਕ ਦੇ ਵਿੱਚ ਹੋ ਸਕਦਾ 1 ਮਿਲੀਅਨ ਦੇ ਆਸ-ਪਾਸ ਜਿਹੜੀ ਆ ਉਹ ਨਿਕਲੇ, ਕਿਉਂਕਿ ਜਨਵਰੀ ਫਰਵਰੀ ਦੇ ਵਿੱਚ ਅਗਲੇ ਸਾਲ ਜਾ ਕੇ ਡਾਟਾ ਜਿਹੜਾ ਜੀ ਰਿਲੀਜ਼ ਹੋਣਾ ਸਪਸ਼ਟ ਹੋ ਜਾਏਗਾ। ਪਰ ਅੰਦਾਜ਼ਾ ਲਗਾਇਆ ਜਾਂਦਾ ਕਿ ਵੱਡੀ ਤਾਦਾਦ ਦੇ ਵਿੱਚ ਪੰਜਾਬੀ ਹੈਗੇ ਨੇ। ਇੱਕ ਜਿਹੜੀ ਕਨਫਿਊਜ਼ਨ ਕੁਲਦੀਪ ਜੀ ਇੱਥੇ ਇਹ ਥੋੜੀ ਜਿਹੀ ਇਸ ਵੇਲੇ ਕਮਿਊਨਿਟੀ ਦੇ ਵਿੱਚ ਬੜਾ ਕ੍ਰੀਏਟ ਹੋ ਗਈ ਲੱਗਦੀ ਕਿਤੇ ਵੀ ਜਿਹੜੇ ਪਾਕਿਸਤਾਨ ਵਾਲੇ ਪੰਜਾਬੀ ਨੇ ਤੇ ਜਿਹੜੇ ਪੰਜਾਬ ਇੰਡੀਆ ਵਾਲੇ ਪੰਜਾਬੀ ਨੇ, ਹੈ ਜੀ, ਵੀ ਇਹ ਜੇ ਪਾਕਿਸਤਾਨ ਵਾਲੇ ਪੰਜਾਬੀਆਂ ਨੇ ਆਪਣੀ ਬੋਲੀ ਪੰਜਾਬੀ ਲਿਖਾ ਦਿੱਤੀ ਤੇ ਉਹਦਾ ਫਾਇਦਾ ਤੇ ਜਿਹੜਾ ਇੰਡੀਆ ਵਾਲੇ ਪੰਜਾਬੀਆਂ ਨੂੰ ਹੋ ਜਾਣਾ, ਇਸ ਕਰਕੇ ਤੁਸੀਂ ਆਪਣੀ ਜ਼ੁਬਾਨ ਨਾ ਲਿਖਾਓ। ਸੋ ਇਸ ਤਰ੍ਹਾਂ ਦਾ ਥੋੜਾ ਜਿਹਾ ਕਨਫਿਊਜ਼ਨ ਕਿਤੇ ਹੈਗੀ ਹੈ। ਪਰ ਆਪਾਂ ਕੋਸ਼ਿਸ਼ ਕਰੀਏ ਜੀ ਵੀ ਪੰਜਾਬੀ ਦੁਨੀਆ ਦੇ ਵਿੱਚ ਜਿੱਥੋਂ ਦਾ ਮਰਜ਼ੀ ਹੈਗਾ, ਜੇ ਉਹ ਕੈਨੇਡਾ ਦੇ ਵਿੱਚ ਆ ਕੇ ਵਸਿਆ ਤੇ ਆਪਣੀ ਮਾਂ ਬੋਲੀ ਨਾਲ ਧੋਖਾ ਨਾ ਕਰੇ, ਉਹ ਲਿਖਾਵੇ ਆਪਣੀ ਬੋਲੀ ਪੰਜਾਬੀ। ਤੇ ਜੇ ਫਾਇਦਾ ਉਹਦਾ, ਅਸੀਂ ਤੇ ਇਹ ਵੀ ਕਹਿਣ ਨੂੰ ਤਿਆਰ ਹਾਂ ਵੀ ਜੇ ਕੋਈ ਇਹ ਪੰਜਾਬੀ ਬੋਲੀ ਲਿਖਾਉਣ ਦਾ ਕਿਸੇ ਕਮਿਊਨਿਟੀ ਨੂੰ ਫਾਇਦਾ ਹੋਣਾ ਤੇ ਉਹ ਫਾਇਦਾ ਉਹ ਪਾਕਿਸਤਾਨ ਵਾਲੀ ਕਮਿਊਨਿਟੀ ਨੂੰ ਦੇ ਦਿੱਤਾ ਜਾਵੇ, ਪਰ ਬੋਲੀ ਆਪਣੀ ਪੰਜਾਬੀ ਹੁੰਦਿਆਂ ਕੋਈ ਹੋਰ ਨਾ ਲਿਖਾਈ ਜਾਵੇ, ਭਾਵੇਂ ਉਹ ਕਿਤੋਂ ਦਾ ਵੀ ਪੰਜਾਬੀ ਹੋਵੇ ਨਾ। ਸੋ ਇਹ ਮੌਕਾ ਹੋਏਗਾ। ਫਿਰ ਆਪਾਂ ਬਾਅਦ ਦੇ ਵਿੱਚ ਕਈ ਵਾਰ ਕਹਿੰਦੇ ਆ ਵੀ ਪੰਜਾਬੀ ਬੋਲੀ ਨਾਲ ਜ਼ਿਆਦਤੀ ਹੋ ਗਈ, ਪਰ ਜ਼ਿਆਦਤੀ ਜੇ ਆਪਾਂ ਕਰਾਂਗੇ, ਜੇ ਜ਼ਿਆਦਤੀ ਆਪਾਂ ਰੋਕਾਂਗੇ ਨਹੀਂ ਤੇ ਫਿਰ ਹੁੰਦੀ ਜਾਵੇਗੀ। ਸੋ ਉਸ ਲਿਹਾਜ਼ ਨਾਲ ਪੰਜਾਬੀ ਇਸ ਵੇਲੇ ਜਿਹੜੇ ਜੀ ਵੈਸੇ ਵੱਧ ਚੜ ਕੇ, ਜਿਸ ਤਰ੍ਹਾਂ ਤੁਸੀਂ ਵੀ ਪੰਜਾਬ ਦੀ ਗੂੰਜ ਪ੍ਰੋਗਰਾਮ ਦੇ ਰਾਹੀਂ ਕੰਟਰੀਬਿਊਟ ਕਰ ਰਹੇ ਹੋ, ਸਾਰੇ ਮੀਡੀਆ ਨੇ ਕਾਫੀ ਕੰਟਰੀਬਿਊਟ ਕੀਤਾ ਲੋਕਾਂ ਨੂੰ ਮੋਟੀਵੇਟ ਕਰਨ ਦੇ ਲਈ। ਸੋ ਸਾਰੇ ਭੈਣ ਭਰਾ ਆਪਣੇ ਪਰਿਵਾਰਾਂ ਦੀਆਂ ਜਿਹੜੀਆਂ ਭਾਸ਼ਾ ਇਸ ਵੇਲੇ ਆ ਜੀ ਬੋਲੀ ਵਾਲੀ ਜਗ੍ਹਾ ਤੇ ਪੰਜਾਬੀ ਲਿਖਾ ਰਹੇ ਆ। ਔਰ ਅਖੀਰ ਦੇ ਵਿੱਚ ਇੱਕ ਵਾਰੀ ਫਿਰ ਦੱਸ ਦਿਓ, ਕੱਲ ਤੱਕ ਹੈ ਜੀ ਇਹ ਜ਼ਰੂਰੀ ਹੈ, ਜਿਵੇਂ ਤੁਸੀਂ ਰਿਫਿਊਜੀ ਵੀ ਕਿਹਾ, ਇਸ ਤੋਂ ਇਲਾਵਾ ਜਿਹਨਾਂ ਕੋਲ ਵਰਕ ਪਰਮਿਟ ਹੈ ਉਹ ਵੀ ਜੇ ਨਾ ਤੁਸੀਂ ਕੀਤਾ ਤੇ ਤੁਹਾਨੂੰ ਕੋਰਟ 'ਚ ਵੀ ਘੜੀਸਿਆ ਜਾ ਸਕਦਾ ਔਰ $500 ਜੁਰਮਾਨਾ ਵੀ ਹੋ ਸਕਦਾ। ਸੋ ਜੇ ਤੁਹਾਡੇ ਘਰਾਂ ਦੇ ਵਿੱਚ ਇਹ ਪੇਪਰ ਆਏ ਹੋਏ ਨੇ, ਜੇ ਫਰਜ਼ ਕੀਤਾ ਕਿਸੇ ਨੇ ਇਹ ਸੋਚ ਕੇ ਸੁੱਟੇ ਦਿੱਤਾ ਹੋਵੇ, ਉਹਨਾਂ ਲਈ ਕੋਈ ਹੈ ਤਰੀਕਾ? ਹਾਂਜੀ, ਬਿਲਕੁਲ। ਪਹਿਲੀ ਗੱਲ ਤਾਂ ਇਹ ਹੈ ਜੀ ਵੀ ਆਪਾਂ ਕਿਉਂਕਿ ਜੇ ਰਿਸਪੌਂਸਿਬਲ ਕੈਨੇਡੀਅਨ ਹੈਗੇ ਆ ਤੇ ਅਸੀਂ ਡੰਡੇ ਦੇ ਜੁਰਮਾਨੇ ਦੇ ਡਰ ਕਰਕੇ ਨਹੀਂ ਕੁਛ ਕਰਨਾ, ਅਸੀਂ ਆਪਣੀ ਰਿਸਪੌਂਸਿਬਿਲਿਟੀ ਜ਼ਿੰਮੇਵਾਰੀ ਸਮਝ ਕੇ ਕਰਨਾ। ਇਹ ਜਿਹੜੇ ਨੰਬਰਸ ਪ੍ਰਾਪਤ ਹੁੰਦੇ ਨਾ ਹਰ 5 ਸਾਲ ਤੋਂ ਬਾਅਦ, ਬੜੀ ਖੁਸ਼ੀ ਦੇ ਨਾਲ 98-99% ਤੱਕ ਲੋਕ ਆਪਣੀ ਮਰਜ਼ੀ ਨਾਲ ਸੈਂਸਸ ਦੇ ਵਿੱਚ ਡੈਡਲਾਈਨ ਮੁੱਕਣ ਤੋਂ ਪਹਿਲਾਂ ਹੀ ਹਿੱਸਾ ਲੈ ਲੈਂਦੇ ਆ, ਹਨਾ। ਸੋ ਇਸ ਕਰਕੇ ਰਿਸਪੌਂਸਿਬਲ ਕੈਨੇਡੀਅਨਸ ਆਪਾਂ ਬਣਨਾ ਆ। ਆਪਾਂ ਵੀ ਫਾਈਨ ਹੋਣਾ ਨਹੀਂ ਹੋਣਾ ਉਸ ਪਾਸੇ ਨਹੀਂ ਜਾਣਾ, ਪਰ ਇਹ ਆ ਵੀ ਜਿਹੜੇ ਲੋਕ ਨਹੀਂ ਸ਼ਾਮਲ ਹੋਣਗੇ, ਜਿਸ ਤਰ੍ਹਾਂ ਦੀਪਕ ਜੀ ਤੁਸੀਂ ਦੱਸਿਆ ਵੀ ਉਹਨਾਂ ਤੇ ਕਾਰਵਾਈ ਹੋ ਸਕਦੀ ਆ, $500 ਤੱਕ ਜਿਹੜਾ ਫਾਈਨ ਵੀ ਹੋ ਸਕਦਾ। ਪਰ ਜਿਨ੍ਹਾਂ ਦੇ ਕੋਲ ਚਿੱਠੀ ਫਰਜ਼ ਕਰੋ ਨਹੀਂ ਆਈ, ਕਈ ਜਿਹੜੇ ਨਵੇਂ ਤੁਹਾਨੂੰ ਪਤਾ ਰੈਜ਼ੀਡੈਂਟਸ ਆਉਂਦੇ ਨੇ, ਉਹਨਾਂ ਨੂੰ ਇੱਕਦਮ ਗਵਰਨਮੈਂਟ ਨੂੰ ਉਹਨਾਂ ਬਾਰੇ ਪਤਾ ਨਹੀਂ ਲੱਗਦਾ ਤੇ ਉਹਨਾਂ ਨੂੰ ਹੋ ਸਕਦਾ ਚਿੱਠੀਆਂ ਨਾ ਮਿਲਣ ਜਾਂ ਘਰੋਂ ਘਰੀ ਇੱਕ ਤੋਂ ਜ਼ਿਆਦਾ ਲੋਕ ਰਹਿੰਦੇ ਨੇ, ਹਨਾ। ਸੋ ਉਸ ਲਿਹਾਜ਼ ਨਾਲ ਆਪੋ ਆਪਣਾ ਯੂਨੀਕ ਕੋਡ ਆ ਜਿਹੜਾ ਜੀ ਵੀ ਇਹ ਆਨਲਾਈਨ ਰਿਕੁਐਸਟ ਕੀਤਾ ਜਾ ਸਕਦਾ ਜਾਂ ਫਿਰ ਫੋਨ ਵੀ ਕੀਤਾ ਜਾ ਸਕਦਾ, ਜਿਹਦੀ ਕਿ ਫੋਨ ਲਾਈਨ ਆਪਾਂ ਦੇ ਵੀ ਦਿੰਦੇ ਆ ਭੈਣ ਭਰਾਵਾਂ ਨੂੰ। ਉਹ ਹੈਗੀ ਆ ਜੀ 1-855 340 2021 1855 340 2021 ਤੇ ਸਟੈਟਸ ਕੈਨੇਡਾ ਦੀ ਜਿਹੜੀ ਵੈਬਸਾਈਟ ਹੈ ਜੀ ਬਕਾਇਦਾ ਤੌਰ ਤੇ ਸੈਂਸਸ ਕੈਨੇਡਾ ਦੀ, ਉੱਥੇ ਜਿਹੜਾ ਜੀ ਆਪਣਾ ਬਕਾਇਦਾ ਤੌਰ ਤੇ ਉਹਨਾਂ ਨੇ ਲਿੰਕ ਬਣਾਇਆ ਹੋਇਆ, ਜੇ ਕਿਸੇ ਨੇ ਕੋਈ ਕੋਡ ਆਪਣਾ ਯੂਨੀਕ ਜਿਹਨਾਂ ਨੂੰ ਨਹੀਂ ਮਿਲਿਆ ਤੇ ਉਹ ਰਿਕੁਐਸਟ ਕੀਤਾ ਜਾ ਸਕਦਾ ਹੈ। ਜੀ ਥੈਂਕ ਯੂ ਸੋ ਮਚ। ਔਰ ਕੱਲ ਨੂੰ ਅਖੀਰਲਾ ਦਿਨ ਹੈ, ਸੋ ਪਲੀਜ਼ ਨਹੀਂ ਤਾਂ ਤੁਸੀਂ 1-855 340 2021 ਦੇ ਉੱਤੇ ਫੋਨ ਕਰਕੇ ਆਪਣਾ ਯੂਨੀਕ ਕੋਡ ਲੈ ਸਕਦੇ ਹੋ। 1-855 340 20। ਸਤਪਾਲ ਜੀ ਬੜੀ ਮਿਹਰਬਾਨੀ ਤੁਹਾਡਾ ਟਾਈਮ ਦੇਣ ਲਈ। ਥੈਂਕ ਯੂ ਜੀ ਦੀਪਕ ਜੀ, ਮਿਹਰਬਾਨੀ।